ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਦੁਆਰਾ ਆਪ ਸੰਗਤਾਂ ਦੇ ਨਾਲ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਰੂਪ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝ ਕਰਨ ਜਾ ਰਹੇ ਹਾਂ। ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸ ਪ੍ਰਕਾਰ ਆਪਣੀ ਅਗੰਮੀ ਜੋਤ ਦੇ ਵਾਰਿਸ ਚੁਣ ਕੇ ਤੇ ਇਸ ਸੰਸਾਰ ਦੇ ਪਾਰ ਉਤਾਰੇ ਵਾਸਤੇ ਦੂਸਰੇ ਗੁਰੂ ਨਾਨਕ ਦੇ ਰੂਪ ਦੇ ਵਿੱਚ, ਸਿੱਖਾਂ ਦੇ ਦੂਸਰੇ ਗੁਰੂ ਦੇ ਰੂਪ ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਡੇ ਤੇ ਪਰਉਪਕਾਰ ਕੀਤਾ ਹੈ। ਇਹਨਾਂ ਸਾਰੀਆਂ ਵਿਚਾਰਾਂ ਨੂੰ ਸੰਖੇਪ ਰੂਪ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਆਪਾਂ ਯਤਨ ਕਰਾਂਗੇ। ਪਿਤਾ ਸਰਦਾਰ ਫੇਰੂਮਲ ਜੀ ਅਤੇ ਮਾਤਾ ਸਭਰਾਈ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਰਾਏ ਨਾਗਾ, ਜਿਸ ਨੂੰ ਮੱਤੇ ਦੀ ਸਰਾਏ ਵੀ ਆਪਾਂ ਕਹਿ ਕੇ ਜਾਣਦੇ ਹਾਂ, ਉਸ ਸਥਾਨ ਤੇ ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ ਸੰਸਾਰ ਤੇ ਆਗਮਨ ਹੁੰਦਾ ਤੇ ਆਗਮਨ ਆਉਣ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸੰਸਾਰ ਨੂੰ ਤਾਰਦਿਆਂ ਹੋਇਆਂ ਚਾਰ ਉਦਾਸੀਆਂ ਕਰ ਰਹੇ ਹੈ, ਵੱਖੋ ਵੱਖਰੀਆਂ ਦਿਸ਼ਾਵਾਂ ਵਿੱਚ ਜਾ ਕਰਕੇ ਸੰਗਤਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਰਹੇ ਹੈ। ਤੇ ਆਪ ਜੀ ਦੇ ਸਤਿਕਾਰਯੋਗ ਮਾਤਾ ਤੇ ਪਿਤਾ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸਰਾਏ ਨਾਗਾ ਵਿਖੇ ਪਹੁੰਚਣ ਤੇ ਬਹੁਤ ਵੱਡੀ ਸੇਵਾ ਕੀਤੀ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਪ੍ਰਸੰਨ ਹੋ ਕਰਕੇ ਇਹ ਬੇਨਤੀ ਕਰਦੇ ਆ, ਮਹਾਰਾਜ ਕਿਰਪਾ ਕਰੋ, ਘਰ ਦੇ ਵਿੱਚ ਕੋਈ ਔਲਾਦ, ਕੋਈ ਧੀ ਪੁੱਤਰ ਬਖਸ਼ਿਸ਼ ਹੋ ਜਾਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹੀ ਇਹ ਵਰਦਾਨ ਦਿੱਤਾ ਸੀ। ਕਹਿੰਦੇ, ਭਾਈ ਅਕਾਲ ਪੁਰਖ ਕਿਰਪਾ ਕਰੇਗਾ, ਬਹੁਤ ਗੁਣੀ ਤੇ ਵਿਦਵਾਨ ਪੁੱਤਰ ਤੁਹਾਡੇ ਗ੍ਰਹਿ ਵਿਖੇ ਹੋਵੇਗਾ, ਜਿਹੜਾ ਸੰਸਾਰ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰੇਗਾ ਤੇ ਉਸ ਅਕਾਲ ਪੁਰਖ ਦੇ ਨਾਮ ਨੂੰ ਜਪਣ ਤੇ ਜਵਾਉਣ ਵਾਲਾ ਹੋਵੇਗਾ ਤੇ ਬਹੁਤ ਵੱਡੀ ਸੇਵਾ ਉਹਨਾਂ ਦੇ ਜ਼ਿੰਮੇ ਲੱਗੀ। ਸੋ ਮਾਤਾ ਪਿਤਾ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਜਦੋਂ ਭਾਈ ਇਹ ਵਰ ਪ੍ਰਾਪਤ ਕੀਤਾ ਤੇ ਸਮਾਂ ਆਇਆ, ਭਾਈ ਲਹਿਣੇ ਦੇ ਰੂਪ ਦੇ ਵਿੱਚ ਆਪ ਜੀ ਨੇ ਇਸ ਸੰਸਾਰ ਦੇ ਉੱਪਰ ਆਉਣਾ ਕੀਤਾ। ਸੋ ਸਮਾਂ ਬਤੀਤ ਹੁੰਦਾ ਗਿਆ। ਘਰ ਪਰਿਵਾਰ ਪਹਿਲਾਂ ਤੋਂ ਹੀ ਸੰਤ ਸੇਵੀ ਪਰਿਵਾਰ ਹੈ। ਮਾਤਾ ਪਿਤਾ ਆਏ ਗਏ ਸਾਧੂਆਂ ਦੀ, ਸੰਤਾਂ ਦੀ ਸੰਗਤ ਵੀ ਕਰਦੇ ਆ, ਸੇਵਾ ਵੀ ਕਰਦੇ। ਤੇ ਉਸ ਸਮੇਂ ਦੌਰਾਨ ਇਹ ਪ੍ਰਚਲਿਤ ਸੀ ਕਿ ਧਾਰਮਿਕ ਯਾਤਰਾ ਦੇ ਰੂਪ ਦੇ ਵਿੱਚ ਤੀਰਥ ਇਸ਼ਨਾਨਾਂ ਤੇ ਜਾ ਕਰਕੇ ਇਸ਼ਨਾਨ ਕਰਨੇ ਤੇ ਦਰਸ਼ਨ ਦੀਦਾਰ ਕਰਨੇ। ਸੋ ਆਪ ਜੀ ਦੇ ਪਿਤਾ ਜੀ ਜੋ ਮਾਤਾ ਦੇ ਦਰਸ਼ਨਾਂ ਵਾਸਤੇ ਜਾਂਦੇ ਸਨ, ਸੋ ਬਚਪਨ ਤੋਂ ਹੀ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਦੇ ਨਾਲ ਮਾਤਾ ਦੇ ਦਰਸ਼ਨਾਂ ਵਾਸਤੇ ਜਾਂਦੇ ਆ। ਤੇ ਜਿਵੇਂ ਘਰ ਪਰਿਵਾਰ ਦਾ ਪਹਿਲਾਂ ਤੋਂ ਚੱਲਿਆ ਆ ਰਿਹਾ ਸੁਭਾਅ ਹੈ, ਉਸੇ ਸੁਭਾਅ ਦੇ ਧਾਰਨੀ ਬਣ ਜਾਂਦੇ। ਇਹ ਸੁਭਾਵਿਕ ਹੈ ਗੁਰੂ ਕੇ ਪਿਆਰਿਓ ਕਿ ਬਚਪਨ ਤੋਂ ਹੀ ਮਾਤਾ ਪਿਤਾ ਜਿਹੋ ਜਿਹੇ ਜੀਵਨ ਦੇ ਧਾਰਨੀ ਨੇ, ਬੱਚੇ ਵੀ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਦੇ। ਸੋ ਪਿਤਾ ਜੀ ਪਾਸੋਂ ਜਿਹੜਾ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਮਾਤਾ ਦੇ ਦਰਸ਼ਨਾਂ ਵਾਸਤੇ ਜਾਣ ਦਾ ਗੁਣ ਗ੍ਰਹਿਣ ਕੀਤਾ ਤੇ ਘਰ ਵਿੱਚ ਆਏ ਹੋਏ ਸਾਧੂ ਸੰਤਾਂ ਦੀ ਸੇਵਾ ਕਰਨੀ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ, ਯਥਾ ਸ਼ਕਤ ਉਹਨਾਂ ਦੀ ਜਿਹੜੀ ਹੈ ਮਾਲੀ ਮਦਦ ਕਰਨੀ, ਇਹ ਗੁਣ ਆਪ ਜੀ ਨੇ ਆਪਣੀ ਮਾਤਾ ਤੋਂ ਪ੍ਰਾਪਤ ਕੀਤਾ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਸਮੇਂ ਦੀ ਚਾਲ ਦੇ ਨਾਲ ਚੱਲਦਿਆਂ ਆਪ ਵੀ ਭਾਈ ਲਹਿਣਾ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਨਾਲ ਲੈ ਕਰਕੇ ਮਾਤਾ ਦੇ ਦਰਸ਼ਨਾਂ ਵਾਸਤੇ ਹਰ ਸਾਲ ਜਾਂਦੇ ਆ, ਦਰਸ਼ਨ ਕਰਨ ਜਾਂਦੇ ਆ। ਤੇ ਦਰਸ਼ਨ ਕਰਦਿਆਂ ਜਾਂਦਿਆਂ ਇੱਕ ਵਾਰ ਦੀ ਗੱਲ ਹੈ ਜੋ ਇਤਿਹਾਸ ਦੀ ਸਾਖੀ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹੀ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਗੁਣਗਾਨ ਕਰ ਰਹੇ ਹੈ ਤੇ ਆਪ ਜੀ ਜਦੋਂ ਮਾਤਾ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਗੁਣਗਾਨ ਕਰਨ ਵਾਲੇ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਬਚਨ ਕੰਨਾਂ ਵਿੱਚ ਪੈਂਦੇ ਆ ਤੇ ਮਨ ਨੂੰ ਬਹੁਤ ਠੰਡ ਪ੍ਰਾਪਤ ਹੁੰਦੀ ਹੈ, ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉੱਥੇ ਰੁਕ ਜਾਂਦੇ ਤੇ ਪੁੱਛਦੇ ਆ ਕਿ ਭਾਈ ਇਹ ਕੀ ਪੜ੍ਹ ਰਹੇ ਹੋ, ਕੀ ਗਾ ਰਹੇ ਹੋ? ਤੇ ਗੁਰਸਿੱਖਾਂ ਨੇ ਦੱਸਿਆ ਹੈ ਕਿ ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚੀ ਹੋਈ ਬਾਣੀ ਹੈ ਤੇ ਜਿਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਸਿਫਤ ਸਲਾਹ ਹੈ
ਤੇ ਅਸੀਂ ਉਹ ਗਾ ਰਹੇ ਹਾਂ। ਤੇ ਉਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਾਨਕ ਤਪੇ ਦੇ ਨਾਮ ਦੇ ਨਾਲ ਸੰਗਤਾਂ ਜਿਹੜੀਆਂ ਉਹ ਸੰਬੋਧਨ ਹੋਇਆ ਕਰਦੀਆਂ ਸੀ। ਤਪੇ ਤੋਂ ਭਾਵ ਹੈ ਤਪੱਸਿਆ ਕਰਨ ਵਾਲਾ, ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦਾ ਤਪ ਤੇ ਜਪ ਕਰਦਾ ਹੈ, ਉਸ ਨੂੰ ਤਪਾ ਕਿਹਾ ਜਾਂਦਾ। ਤੇ ਨਾਨਕ ਤਪਾ ਕਰਕੇ ਜਿਹੜਾ ਪਹਿਲੇ ਪਾਤਸ਼ਾਹ ਜੀ ਉਸ ਵਕਤ ਸੰਸਾਰ ਦੇ ਵਿੱਚ ਸੰਗਤਾਂ ਵਿੱਚ ਪ੍ਰਚਲਿਤ ਹੋ ਰਿਹਾ, ਪ੍ਰਸਿੱਧ ਹੋ ਰਿਹਾ। ਤੇ ਭਾਈ ਲਹਿਣਾ ਪੁੱਛਦਾ ਹੈ ਕਿ ਭਾਈ ਇਹ ਨਾਨਕ ਤਪਾ ਜਿਹੜਾ ਜਿਨ੍ਹਾਂ ਦੀ ਬਾਣੀ ਤੁਸੀਂ ਪੜ੍ਹ ਰਹੇ ਹੋ, ਇਹ ਕਿੱਥੇ ਹਨ, ਕਿਸ ਜਗ੍ਹਾ ਤੇ ਹਨ? ਤੇ ਇੰਨੇ ਸਾਲ ਹੋ ਗਏ ਮੈਨੂੰ ਯਾਤਰਾ ਤੇ ਜਾਂਦਿਆਂ, ਦਰਸ਼ਨ ਦੀਦਾਰ ਕਰਦਿਆਂ, ਜੋ ਆਨੰਦ, ਜੋ ਸੁੱਖ, ਜੋ ਮਨ ਨੂੰ ਧੀਰਜ ਇਹਨਾਂ ਬੋਲਾਂ 'ਚੋਂ ਮਿਲਿਆ ਹੈ, ਉਹ ਮੈਨੂੰ ਮੇਰੀਆਂ ਕੀਤੀਆਂ ਹੋਈਆਂ ਯਾਤਰਾਵਾਂ 'ਚੋਂ ਕਦੇ ਨਹੀਂ ਮਿਲਿਆ। ਤੇ ਮੈਂ ਚਾਹੁੰਦਾ ਹਾਂ ਕਿ ਐਸੇ ਬੋਲਾਂ ਦੀ ਖਿੱਚ ਜਿਨ੍ਹਾਂ ਨੇ ਮੇਰੇ ਮਨ ਨੂੰ ਧੂ ਪਾਈ ਹੈ, ਜਿਨ੍ਹਾਂ ਨੇ ਮੇਰੇ ਹਿਰਦੇ ਨੂੰ ਠੰਡਕ ਦਿੱਤੀ ਹੈ, ਉਸ ਸੰਤ ਦੇ, ਉਸ ਮਹਾਂਪੁਰਸ਼ ਦੇ ਮੈਂ ਦਰਸ਼ਨ ਕਰ ਸਕਾਂ, ਉਹਨਾਂ ਨੂੰ ਮਿਲ ਸਕਾਂ। ਤੇ ਗੁਰੂ ਸਿੱਖਾਂ ਨੇ ਦੱਸਿਆ ਹੈ ਕਿ ਇਸ ਵਕਤ ਕਰਤਾਰਪੁਰ ਦੀ ਧਰਤੀ ਦੇ ਉੱਪਰ ਉਹ ਵਿਰਾਜਦੇ ਆ, ਜਿੱਥੇ ਸੰਗਤਾਂ ਜੁੜਦੀਆਂ ਨੇ, ਨਾਮ ਸਿਮਰਨ ਹੁੰਦੇ ਨੇ। ਤੇ ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਆਪ ਜੀ ਕਰਤਾਰਪੁਰ ਦੀ ਧਰਤੀ ਤੇ ਚਲੇ ਜਾਓ। ਸੋ ਸੰਗਤ ਜੀ, ਸਮੇਂ ਨੇ ਆਪਣੀ ਚਾਲ ਚੱਲੀ ਹੈ। ਸੋ ਮਾਤਾ ਦੇ ਦਰਸ਼ਨਾਂ ਤੇ ਜਾਣ ਦੀ ਜਗ੍ਹਾ ਮਨ ਨੂੰ ਖਿੱਚ ਪਈ ਹੈ, ਧੂ ਪਈ ਹੈ ਕਿ ਉਸ ਗੁਰੂ ਨਾਨਕ ਤਪੇ ਦੇ ਦਰਸ਼ਨ ਕਰਾਂ, ਜਿਹਦੇ ਬੋਲਾਂ ਨੇ, ਜਿਹਦੀ ਬਾਣੀ ਨੇ ਮੇਰੇ ਹਿਰਦੇ ਨੂੰ ਠੰਡਕ ਦਿੱਤੀ। ਘੋੜੇ ਤੇ ਸਵਾਰ ਹੋਏ ਹੈ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਵੱਲ ਨੂੰ ਚੱਲ ਪਏ ਹੈ। ਤੇ ਰਸਤੇ ਦੇ ਵਿੱਚ ਜਿੱਥੇ ਜਿੱਥੇ ਵੀ ਰੁਕਦੇ ਹੈ, ਪੁੱਛਦੇ ਜਾਂਦੇ ਹੈ ਕਿ ਗੁਰੂ ਨਾਨਕ ਤਪੇ ਦਾ ਡੇਰਾ ਕਿੱਥੇ ਹੈ। ਤੇ ਜਿਹੜਾ ਵੀ ਕੋਈ ਰਾਹਗੀਰ ਮਿਲਦਾ, ਉਹ ਕਹਿੰਦਾ ਭਾਈ ਅੱਗੇ ਚਲੇ ਜਾਓ, ਇਸ਼ਾਰਾ ਕਰ ਦਿੰਦੇ ਆ ਵੀ ਇਸ ਦਿਸ਼ਾ ਵੱਲ ਨੂੰ ਅੱਗੇ ਚਲੇ ਜਾਓ। ਸੋ ਉਹਨਾਂ ਸਮਿਆਂ ਦੇ ਅੰਦਰ ਸੰਗਤ ਜੀ ਪੈਦਲ ਯਾਤਰਾ ਕਰਨੀ ਜਾਂ ਘੋੜੇ ਤੇ ਸਵਾਰ ਹੋ ਕੇ ਜਾਣਾ, ਗੱਡਿਆਂ ਤੇ ਯਾਤਰਾ ਕਰਨੀ, ਕਈ ਵਾਰ 1-2 ਦਿਨ ਦਾ ਸਮਾਂ ਵੀ ਲੱਗ ਜਾਇਆ ਕਰਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਣ ਲਈ। ਸੋ ਘੋੜੇ ਤੇ ਸਵਾਰ ਹੋਏ ਹੋਏ ਜਿਵੇਂ ਅੱਗੇ ਦੀ ਅੱਗੇ ਚੱਲਦੇ ਜਾਂਦੇ ਆ, ਰਸਤੇ ਵਿੱਚ ਰਾਹਗੀਰਾਂ ਨੂੰ ਪੁੱਛਦੇ ਜਾਂਦੇ ਆ ਤੇ ਰਾਹਗੀਰ ਇਸ਼ਾਰਾ ਕਰਦੇ ਜਾਂਦੇ ਆ, ਭਾਈ ਅੱਗੇ ਚਲੇ ਜਾਓ, ਅੱਗੇ ਚਲੇ ਜਾਓ। ਤੇ ਗੁਰਮੁਖਾਂ ਨੇ ਇਸ ਗੱਲ ਦੇ ਇਹ ਵੀ ਅਰਥ ਕੀਤੇ ਨੇ ਕਿ ਭਾਈ ਗੁਰੂ ਦੇ ਦਰ ਤੇ ਪਹੁੰਚਣ ਵਾਸਤੇ ਅੱਗੇ ਵਧਣਾ ਪੈਂਦਾ, ਖੜੋਤ ਨੂੰ ਤੋੜਨਾ ਪੈਂਦਾ। ਵਾਹਿਗੁਰੂ ਦੇ ਦਰ ਤੇ ਜਾਣ ਵਾਸਤੇ ਕੋਈ ਘਾਲਣੀ ਪੈਂਦੀ ਹੈ, ਫੇਰ ਹੀ ਉੱਥੇ ਪਹੁੰਚਿਆ ਜਾਂਦਾ ਹੈ। ਭਾਵ ਨਾਮ ਸਿਮਰਨ ਕਰਨਾ, ਜਪ ਤਪ ਕਰਨਾ, ਭਜਨ ਬੰਦਗੀ ਕਰਨੀ, ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਚੌਂਕੜਾ ਮਾਰ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ। ਅਭਿਆਸ ਕਰੇਗਾ ਤੇ ਫਿਰ ਪਹੁੰਚਿਆ ਜਾ ਸਕਦਾ, ਜਿਹੜਾ ਤੁਰਿਆ ਨਹੀਂ ਉਹ ਕਦੇ ਪਹੁੰਚਦਾ ਨਹੀਂ। ਸੋ ਰੋ ਵਿਚਾਰ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਅੱਗੇ ਦੀ ਅੱਗੇ ਚੱਲਦੇ ਜਾਂਦੇ ਆ ਤੇ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਪਹੁੰਚਦੇ ਆ। ਤੇ ਅੱਗੋਂ ਇੱਕ ਬਾਬਾ ਮਿਲਦਾ ਹੈ ਤੇ ਜਿਹਨੂੰ ਪੁੱਛਦੇ ਆ ਕਿ ਭਾਈ ਮੈਂ ਨਾਨਕ ਤਪੇ ਦੇ ਡੇਰੇ ਤੇ ਜਾਣਾ ਹੈ। ਤੇ ਉਹ ਕਹਿੰਦੇ ਭਾਈ ਠੀਕ ਹੈ, ਜੇ ਤੂੰ ਉੱਥੇ ਜਾਣਾ ਚਾਹੁੰਦਾ ਹੈ ਤੇ ਆ, ਮੈਂ ਤੈਨੂੰ ਲੈ ਚੱਲਦਾ। ਘੋੜੇ ਦੀਆਂ ਬਾਗਾਂ ਪਕੜਦਾ ਹੈ ਤੇ ਘੋੜੇ ਦੀਆਂ ਬਾਗਾਂ ਪਕੜ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਡੇਰੇ ਤੇ ਲੈ ਜਾਂਦਾ ਤੇ ਕਹਿੰਦਾ ਜੀ ਤੁਸੀਂ ਇੱਥੇ ਆਪਣੇ ਹੱਥ ਪੈਰ ਧੋ ਕੇ ਤੇ ਆਰਾਮ ਕਰੋ, ਬੈਠੋ, ਤੇ ਮੈਂ ਹੁਣੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਆਣ ਜਾ ਕੇ ਜਿਹੜਾ ਉਹ ਦੱਸਦਾ। ਤੇ ਜਦੋਂ ਭਾਈ ਹੱਥ ਪੈਰ ਧੋਤੇ ਆ, ਜਾ ਕੇ ਵਿਰਾਜਮਾਨ ਹੋਏ ਆ ਤੇ ਗੁਰੂ ਨਾਨਕ ਪਾਤਸ਼ਾਹ ਆਣ ਕੇ ਆਸਣ ਤੇ ਵਿਰਾਜਦੇ ਆ ਤੇ ਪੁੱਛਦੇ ਆ, ਹਾਂ ਭਾਈ ਦੱਸੋ। ਤੇ ਦੇਖ ਕੇ ਭਾਈ ਲਹਿਣਾ ਹੱਕਾ ਬੱਕਾ ਰਹਿ ਜਾਂਦਾ, ਕਹਿੰਦਾ ਜੀ ਆਪ ਤੇ ਮੇਰੇ ਘੋੜੇ ਦੀਆਂ ਬਾਗਾਂ ਪਕੜ ਕੇ ਮੈਨੂੰ ਲੈ ਕੇ ਆਏ ਸੀ ਤੇ ਤੁਸੀਂ ਹੀ ਗੁਰੂ ਨਾਨਕ ਤਪਾ ਹੋ। ਤੇ ਮਹਾਰਾਜ ਕਹਿੰਦੇ ਹਾਂ ਭਾਈ, ਜਿਨ੍ਹਾਂ ਨੂੰ ਤੂੰ ਮਿਲਣਾ ਚਾਹੁੰਦਾ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਉਹ ਮੈਂ ਹੀ ਹਾਂ। ਤੇ ਸਤਿਗੁਰੂ ਮਹਾਰਾਜ ਜੀ ਦੀ ਨਿਮਰਤਾ ਤੇ ਸਾਦਗੀ ਦੇਖ ਕੇ ਸੰਗਤ ਜੀ ਚਰਨਾਂ ਤੇ ਸੀਸ ਰੱਖ ਕੇ ਬੇਨਤੀ ਕਰਦਾ ਹੈ ਕਿ ਆਪ ਨੇ ਪਹਿਲਾਂ ਨਹੀਂ ਦੱਸਿਆ। ਤੇ ਮਹਾਰਾਜ ਨੇ ਸਹਿ ਸੁਭਾਅ ਬਚਨ ਕੀਤਾ, ਕਹਿੰਦੇ ਭਾਈ ਲਹਿਣਾ, ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੇ ਤੇ ਸਵਾਰ ਹੋ ਕੇ ਹੀ ਆਉਂਦੇ ਆ ਤੇ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਬਾਗਾਂ ਪਕੜ ਕੇ ਅੱਗੇ ਹੀ ਚੱਲਦੇ ਆ। ਸੋ ਗੁਰੂ ਨਾਨਕ ਮਹਾਰਾਜ ਜੀ ਦੀ ਉਹ ਡੂੰਘੀ ਰਮਜ ਉਸ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਸਮਝ ਨਹੀਂ ਲੱਗੀ, ਪਰ ਗੁਰੂ ਨਾਨਕ ਮਹਾਰਾਜ ਜੀ ਦੀ ਨਿਮਰਤਾ ਦੇਖ ਕੇ, ਸਾਦਗੀ ਦੇਖ ਕੇ ਤੇ ਗੁਰੂ ਨਾਨਕ ਦੇ ਚਿਹਰੇ ਦਾ ਨੂਰ ਦੇਖ ਕਰਕੇ ਉਹ ਭਾਈ ਲਹਿਣਾ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮੁਰੀਦ ਬਣ ਗਿਆ। ਕਹਿੰਦਾ ਜੀ ਜੋ ਸਾਦਗੀ, ਜੋ ਆਨੰਦ, ਜੋ ਠਹਿਰਾਓ ਤੇ ਜਿਹੜਾ ਸੁੱਖ ਮੈਨੂੰ ਤੁਹਾਡੇ ਚਰਨਾਂ ਚੋਂ ਪ੍ਰਾਪਤ ਹੋਇਆ, ਉਹ ਕਈ ਸਾਲਾਂ ਦੀ ਯਾਤਰਾ ਦੇ ਵਿੱਚੋਂ ਮੈਨੂੰ ਨਹੀਂ ਮਿਲ ਸਕਿਆ। ਤੇ ਹੁਣ ਮੇਰੇ ਤੇ ਤਰਸ ਕਰੋ, ਮੇਰੇ ਤੇ ਕਿਰਪਾ ਕਰੋ ਵੀ ਮੈਨੂੰ ਇਹ ਦਰ ਛੱਡ ਕੇ ਨਾ ਜਾਣਾ ਪਵੇ,
मैं तुहाडे दर दी तुहाडे घर दी सेवा करां ते आप जी मैनू अपना सेवक जान के अपने चरनां 'च थां दे दिओ। सो संगत जी, गुरु अंगद देव पातशाह महाराज जी ने गुरु नानक महाराज जी दे चरनां दे विच अपने आप नूं समर्पित किया। सो साखियां बहुत ने कि लूण दी पंड सिर ते चुक के लियाई है ते गुरु नानक सच्चे पातशाह जी ने अपने दर घर दी सेवा वास्ते आग्या दित्ती है। उत्थे ही अगे चल के इतिहास दे विच आपां नूं अनेकां प्रकार दीयां साखियां ते वेरवे मिलदे है कि गुरु नानक महाराज जी दे दर घर विखे रह के जो सख्त घालना घाली है, जो सेवा जो कमाई कीती है, कई बार सतगुरु महाराज ने कसवट्टी लाई है, परख कीती है ते फिर जा करके गुरु नानक दे दर घर दी जोत वो दूजे जामे दे विच सतगुरु महाराज ने प्रवृत्त की। उधर नाल ही सतगुरु महाराज जी दे साहिबजादे बाबा श्री चंद जी, बाबा लक्ष्मी दास जी, वो भी सतगुरु महाराज जी दे कोल रहिंदे है ते महाराज उन्हां दी भी परख करदे है कि अगे चल के जदों समा आउणा है ते इस गुरु नानक दे दर घर दी जोत दूजे जामे विच प्रवृत्त करनी है। सो भाई लहणा गुरु नानक दे बचनां नूं मन के सेवा करदा है, गुरु सच्चे पातशाह दे कीते होए हुक्म नूं सत सत करके जाणदा। सो अपने जीवन दे विच भी संगत जी कई बार सह सुभाव पाए बचन कर दिंदे आ कि महाराज हुक्म करो जां सच्चे पातशाह जी सत बचन असीं मन्नांगे। वो केवल साडे कहण मात्र ही साडे शब्द हो जांदे आ, पर प्रैक्टिकल रूप दे विच असीं उस हुक्म नूं इन बिन मनदे नहीं, भाव उहदे विच भन्न तोड़ करनी शुरू कर दिंदे आ कि जी इंना क मन लईए ते इंना क रहण दईए, आह गल मन लई जावे जां आह गल आपां छड्ड दईए। भाव अपनी मत दे अनुसार गुरु दे हुक्म नूं मन्नण दा यतन करदे आ, पर असल रूप दे विच जो गुर कहे सोई भल मानो हर हर कथा निराली वाली अवस्था वो साडी नहीं बनदी। ਜਿਹੜੀ ਭਾਈ ਲਹਿਣੇ ਨੇ ਬਣਾ ਲਈ कि जो गुरु ने कह दिता ਉਹਨੂੰ सत करके मन लिया, कोई सवाल नहीं, ਉਹਦੇ ਉੱਪਰ ਕੋਈ ਸ਼ੰਕਾ नहीं। सो रहो विचार गुरु नानक महाराज सच्चे पातशाह कोल ਰਹਿੰਦਿਆਂ बड़ी वेरा सतगुरु ने परखां कीतियां, ਜਿਹਦੇ ਵਿੱਚੋਂ मुख रूप ਦੇ ਵਿੱਚ ਆਪਾਂ ਨੂੰ ਇਹ ਸਾਖੀ ਮਿਲਦੀ ਹੈ कि गुरु नानक सच्चे पातशाह जी ने एक लोटा हੱਥ ਵਿੱਚ ਫੜਿਆ ਹੋਇਆ ਹੈ, ਜਿਹਨੂੰ ਆਪਾਂ ਗੜਵੀ ਵੀ ਕਹਿ ਸਕਦੇ ਹਾਂ कि तांबे दी जां पित्तल दी एक गड़बी पकड़ी हुई है ते सतगुरु महाराज चले जा रहे, बाबा श्री चंद बाबा लक्ष्मी दास जी भी नाल ने, भाई लहणा भी नाल है ते होर भी संगतां सतगुरु जी दे नाल हन। चलदियां चलदियां महाराज ने की देखिया है कि एक छप्पड़ आया, एक टोभा आया है जिहदे विच पानी बहुत थोड़ा ते गारा बहुत ज्यादा, चिक्कड़ बहुत है। महाराज ने अपने हाथ विच पकड़िया होया लोटा वगा के मारिया है उस चिक्कड़ वाले टोए दे विच ते बाबा श्री चंद वाल वेख के कहंदे ने पुत्र जी साडा लोटा जिहड़ा उस टोए दे विचों उस टोभे दे विचों कढ के लियाओ। ते बाबा श्री चंद हाथ जोड़ के बेनती करदे पिता जी जे लोटा चिक्कड़ विचों कढ के लियाउणा सी ते आप जी ने पहला सुट्टिया क्यों है? असीं आप वेखिया है कि आप जी ने जान बुझ के ये लोटा वगा के मारिया है ते हुण आप जी कह रहे हो कि ये लोटा सानू चाहीदा ते इहनूं कढ के लिआंदा जावे। पिता जी लोटे ते होर बहुत मिल जाणगे, इस चिक्कड़ वाले टोभे दे विच गारे वाले टोभे दे विच वड़ के अपने कपड़े खराब कीते करन दी कोई जरूरत नहीं। ते जेकर फिर भी आप जी चाहुंदे हो कि ये लोटा बहुत जरूरी चाहिदा है ते किसी सेवादार नूं हुक्म कर दिओ, असीं ते आप जी दे पुत्तर हां, सानू चिक्कड़ विच वड़न वास्ते आप जी ने आदेश क्यों कीता है? सतगुरु महाराज जी ने जदों ये बचन सुने प्यारिओ ते बाबा श्री चंद जी की गल सुनने तो बाद बाबा लक्ष्मी दास वाल वेखदे है ते बाबा लक्ष्मी दास भी यही गल कहंदे पिता जी भरा जी सच कह रहे हैं, जेकर ये लोटा आप जी नूं चाहीदा सी ते चिक्कड़ विच सुੱਟਣਾ नहीं सी, जे हुण सुੱਟ दिता है ते आप जी सानू हुक्म करन दी बजाए अपने कोल बहुत सेवादार ने, बड़े नौकर चाकर ने, आपां किसी होर नूं हुक्म कर दिंदे आ ਉਹ जा के ये लोटा कढ लियावे, अपने कपड़े गारे दे विच लपेड़न दी सानू की जरूरत है। ते संगे जी जदों दोवां पुत्रां ने मना कर दिता ते गुरु नानक पातशाह जी ने पिछे खड़े हुए भाई लहणे वाल नज़र करके वेख्या, हजे कोई बचन नहीं बोलिया ते जदों नज़र करके वेख्या ते भाई लहणा उसे वक्त बेपरवाही दे आलम दे विच टोभे विच छाल मार दिंदे है, जाके ओ गड़बी ओ लोटा कढ के लिआउंदे है ते सारे कपड़े गारे नाल भर जांदे है। सारी संगत देख के हैरान हुंदी है, लोग परे परे होण लग पैंदे है कि भाई चिक्कड़ दे नाल लिबड़िया तिबड़िया भाई लहणा किते साडे ते भी छिट्टे पा के साडे वस्त्र खराब ना करे। पर जदों वो लोटा लैके गुरु दे हजूर आउंदे है ते सतगुरु महाराज कलावे विच लै लैंदे आ, जफ्फी विच लै लैंदे ते बचन करदे आ, कहंदे भाई लैणा
ਅੱਜ ਤੂੰ ਇਸ ਗਾਰੇ ਦੇ ਵਿੱਚੋਂ ਇਹ ਲੋਟਾ ਨਹੀਂ ਕੱਢਿਆ, ਇਸ ਸੰਸਾਰ ਨੂੰ ਇਸ ਮਾਇਆ ਰੂਪੀ ਚਿੱਕੜ ਵਿੱਚੋਂ ਕੱਢਣ ਵਾਸਤੇ ਜੋ ਅਸੀਂ ਦੇਖਣਾ ਚਾਹੁੰਦੇ ਸੀ ਉਸ ਪਰਖ ਤੇ ਤੂੰ ਖਰਾ ਉਤਰਿਆ। ਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਭਾਈ ਇਸ ਸੰਸਾਰ ਰੂਪੀ ਚਿੱਕੜ ਦੇ ਵਿੱਚੋਂ ਬਾਹਰ ਕੱਢਣ ਵਾਲੇ ਨੂੰ ਹੀ ਅਸੀਂ ਤਲਾਸ਼ ਰਹੇ ਹਾਂ, ਤੇ ਅੱਜ ਇਸ ਗਾਰੇ ਦੀ ਪ੍ਰਵਾਹ ਕੀਤੇ ਬਗੈਰ ਤੂੰ ਇਹ ਲੋਟਾ ਕੱਢਿਆ। ਸਤਿਗੁਰੂ ਕਿਰਪਾ ਕਰੇਗਾ ਇਸੇ ਤਰ੍ਹਾਂ ਸੰਸਾਰ ਨੂੰ ਵੀ ਇਸ ਮਾਇਆ ਦੇ ਚਿੱਕੜ ਵਿੱਚੋਂ ਕੱਢਣ ਦੀ ਸੇਵਾ ਤੂੰ ਨਿਭਾਉਣੀ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀ ਇਸ ਡੂੰਘੀ ਰਮਜ ਨੂੰ ਭਾਈ ਲਹਿਣਾ ਉਸ ਵਕਤ ਵੀ ਨਹੀਂ ਸਮਝੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਸਮਾਂ ਸੰਗਤ ਜੀ ਅੱਗੇ ਚੱਲਿਆ ਹੈ। ਨਦੀਨਾਂ ਦੀ ਪੰਡ ਸਿਰ ਤੇ ਚੁੱਕਣ ਦਾ ਵੀ ਪਹਿਲਾਂ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਪਰਖ ਕੀਤੀ ਹੈ, ਲੋਟਾ ਕੱਢਣ ਵਾਸਤੇ ਵੀ ਪਰਖ ਹੋਈ ਹੈ। ਤੇ ਅੱਗੇ ਚੱਲ ਕੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੰਗਤ ਜੀ ਹੁੰਦਾ, ਤੇ ਜਿੱਥੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਗੁਰੂ ਕੇ ਸਿੱਖ ਸੇਵਕ ਭਾਈ ਲਹਿਣਾ ਸਮੇਤ ਸੰਗਤਾਂ ਦੀ ਸੇਵਾ ਕਰਦੇ ਆ। ਤੇ ਮਹਾਰਾਜ ਆਪਣੀ ਮੌਜ ਵਿੱਚ ਬੈਠੇ ਹੋਏ ਬਚਨ ਕਰਦੇ ਆ, ਕਹਿੰਦੇ ਪੁੱਤਰ ਸ਼੍ਰੀ ਚੰਦ, ਸਾਡਾ ਅੱਜ ਇਹ ਮਨ ਕਰਦਾ ਹੈ ਕਿ ਸੰਗਤਾਂ ਬਹੁਤ ਵੱਡੀ ਤਾਦਾਦ ਵਿੱਚ ਇਕੱਤਰ ਹੋਈਆਂ ਨੇ, ਇਹਨਾਂ ਸੰਗਤਾਂ ਦੀ ਸੇਵਾ ਕੀਤੀ ਜਾਵੇ, ਕੋਈ ਮਿਸ਼ਟਾਨ ਛਕਾਇਆ ਜਾਵੇ, ਕੋਈ ਮਿੱਠਾ ਭੋਜਨ ਜਿਹੜਾ ਇਹਨਾਂ ਨੂੰ ਛਕਾਇਆ ਜਾਵੇ। ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸਤਿਗੁਰੂ ਮਹਾਰਾਜ ਸੰਗਤਾਂ ਦੇ ਬਹੁਤੀਆਂ ਨੇ, ਪਰ ਜੇਕਰ ਕੋਈ ਮਿੱਠਾ ਭੋਜਨ ਇਹਨਾਂ ਨੂੰ ਛਕਾਉਣਾ ਹੈ ਤੇ ਉਹਦਾ ਪ੍ਰਬੰਧ ਸਾਨੂੰ ਪਹਿਲਾਂ ਕਰਨਾ ਚਾਹੀਦਾ ਸੀ। ਹੁਣ ਖੜੇ ਪੈਰ ਸਾਰੀ ਸੰਗਤ ਵਾਸਤੇ ਮਿਸ਼ਟਾਨ ਜਾਂ ਮਿੱਠਾ ਭੋਜਨ ਤਿਆਰ ਕਰਨਾ ਬੜੀ ਮੁਸ਼ਕਲ ਜੀ ਗੱਲ ਹੈ, ਕਿਉਂਕਿ ਪਦਾਰਥ ਵੀ ਚਾਹੀਦੇ ਨੇ, ਘਿਓ ਵੀ ਚਾਹੀਦਾ ਹੈ, ਮਿੱਠਾ ਵੀ ਚਾਹੀਦਾ ਹੈ, ਉਹਨੂੰ ਬਣਾਉਣ ਨੂੰ ਵੀ ਸਮਾਂ ਲੱਗੇਗਾ ਤੇ ਸੰਗਤ ਵਿੱਚ ਵਰਤਾਉਣ ਵਾਸਤੇ ਵੀ ਸਮਾਂ ਲੱਗੇਗਾ। ਵੀ ਜੇਕਰ ਆਪ ਜੀ ਕਹਿ ਰਹੇ ਹੋ ਤੇ ਆਪਾਂ ਇਸੇ ਵਕਤ ਜਿਹੜਾ ਉਹ ਮਿੱਠੇ ਦਾ ਪ੍ਰਬੰਧ ਨਹੀਂ ਕਰ ਸਕਦੇ। ਤੇ ਸਤਿਗੁਰੂ ਮਹਾਰਾਜ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਜੇਕਰ ਪਦਾਰਥ ਨਹੀਂ ਨੇ, ਬਣਾਉਣ ਲਈ ਸਮਾਂ ਲੱਗਣਾ ਹੈ, ਤੇ ਇਸ ਤਰ੍ਹਾਂ ਕਰੋ, ਇਹ ਜੋ ਸਾਹਮਣੇ ਜੰਡ ਦਾ ਰੁੱਖ ਨਜ਼ਰ ਆ ਰਿਹਾ ਨਾ, ਉਸ ਰੁੱਖ ਦੇ ਹੇਠਾਂ ਚਾਦਰਾਂ ਵਿਛਾਓ ਤੇ ਇਸ ਰੁੱਖ ਦੇ ਉੱਪਰ ਚੜ੍ਹ ਕੇ ਇਹਨੂੰ ਹਲੂਣਾ ਦਿਓ, ਇਹਨੂੰ ਹਿਲਾਇਆ ਜਾਵੇ। ਅਕਾਲ ਪੁਰਖ ਕਿਰਪਾ ਕਰੇਗਾ, ਮਠਿਆਈਆਂ ਝੜਨਗੀਆਂ ਤੇ ਉਹ ਮਠਿਆਈਆਂ ਸੰਗਤਾਂ ਵਿੱਚ ਵਰਤਾ ਦਿੱਤੀਆਂ ਜਾਣ, ਸੰਗਤਾਂ ਨੂੰ ਮਿੱਠਾ ਭੋਜਨ ਛਕਾਇਆ ਜਾਵੇ। ਤੇ ਬਾਬਾ ਸ਼੍ਰੀ ਚੰਦ ਜੀ ਸੋਚ ਕੇ ਸੰਗਤ ਜੀ ਹੈਰਾਨ ਹੋ ਰਿਹਾ ਹੈ ਕਿ ਪਿਤਾ ਜੀ ਦੀ ਉਮਰ ਬਜ਼ੁਰਗੀ ਦੀ ਹੋ ਗਈ ਹੈ, ਸਿਆਣੇ ਹੋ ਗਏ ਆ, ਤੇ ਇਸੇ ਕਰਕੇ ਇਹੋ ਜੀਆਂ ਗੱਲਾਂ ਕਰਦੇ ਹਨ। ਕਦੇ ਰੁੱਖਾਂ ਤੋਂ ਵੀ ਮਠਿਆਈਆਂ ਝੜੀਆਂ, ਕਦੇ ਦਰਖਤਾਂ ਨੂੰ ਵੀ ਮਿੱਠਾ ਭੋਜਨ ਲੱਗਾ, ਤੇ ਹੱਥ ਜੋੜ ਕੇ ਬੇਨਤੀ ਕਰਦੇ, ਪਿਤਾ ਜੀ ਇਹ ਜੰਡ ਦਾ ਰੁੱਖ ਹੈ, ਨਾ ਤੇ ਇਹਨੂੰ ਕਦੇ ਕੋਈ ਫੁੱਲ ਲੱਗਦੇ ਆ, ਨਾ ਕੋਈ ਇਹਨੂੰ ਮਿੱਠੇ ਫਲ ਲੱਗਦੇ ਆ, ਜੇ ਕੁਝ ਲੱਗਦਾ ਵੀ ਹੈ ਤੇ ਉਹ ਬੇਸਵਾਦਾ ਹੁੰਦਾ ਹੈ, ਤੇ ਤੁਸੀਂ ਕਹਿ ਰਹੇ ਹੋ ਵੀ ਜੰਡ ਦੇ ਰੁੱਖ ਨੂੰ ਹਿਲਾਉਣ ਤੇ ਮਠਿਆਈਆਂ ਝੜਨਗੀਆਂ, ਇਹ ਤੇ ਗੱਲ ਮੁਮਕਿਨ ਨਹੀਂ, ਇਹ ਸੰਭਵ ਨਹੀਂ ਹੈ। ਇਸੇ ਤਰ੍ਹਾਂ ਬਾਬਾ ਲਖਮੀ ਦਾਸ ਜੀ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਿਆ ਨਹੀਂ, ਤੇ ਕਹਿੰਦੇ ਪਿਤਾ ਜੀ ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਇਸ ਕਰਕੇ ਤੁਸੀਂ ਐਸੀਆਂ ਨਾ ਹੋਣ ਵਾਲੀਆਂ ਗੱਲਾਂ ਕਰਦੇ ਹੋ ਜਿਹੜੀਆਂ ਕਦੇ ਮੁਮਕਿਨ ਨਹੀਂ ਹੋ ਸਕਦੀਆਂ। ਤੇ ਭਾਈ ਲਹਿਣਾ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਬੁਲਾਇਆ ਤੇ ਕਹਿੰਦੇ ਭਾਈ ਲਹਿਣਾ ਤੁਸੀਂ ਇਹ ਕਾਰਜ ਕਰੋ, ਤੇ ਭਾਈ ਲਹਿਣੇ ਨੇ ਉਸੇ ਵਕਤ ਸੰਗਤ ਜੀ ਚਿੱਟੀਆਂ ਚਾਦਰਾਂ ਵਿਛਾਈਆਂ ਨੇ, ਜੰਡ ਦੇ ਰੁੱਖ ਤੇ ਚੜ੍ਹ ਕੇ ਹਲੂਣਾ ਦਿੱਤਾ ਹੈ, ਤੇ ਉਹਦੇ ਤੋਂ ਮਠਿਆਈਆਂ ਝੜੀਆਂ ਜਿਹੜੀਆਂ ਸੰਗਤਾਂ ਵਿੱਚ ਵਰਤਾਈਆਂ ਗਈਆਂ, ਸੰਗਤਾਂ ਨੂੰ ਛਕਾਈਆਂ ਗਈਆਂ। ਹੁਣ ਕਈ ਵਾਰ ਅੱਜ ਦੇ ਪ੍ਰਚਾਰਕ ਵੀ ਇਹ ਸਵਾਲ ਕਰ ਦਿੰਦੇ ਆ ਕਿ ਭਾਈ ਰੁੱਖਾਂ ਤੋਂ ਕਦੀ ਮਠਿਆਈ ਥੋੜਾ ਝੜ ਸਕਦੀ ਹੈ, ਇਹ ਤੇ ਸਾਖੀਆਂ ਕੇਵਲ ਝੂਠੀਆਂ ਹੀ ਨੇ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਕੇ ਪਿਆਰਿਓ, ਗੁਰੂ ਕੇ ਬਚਨਾਂ ਨੂੰ ਸੱਤ ਕਰਕੇ ਮੰਨਣਾ, ਆਪਣੇ ਜੀਵਨ ਵਿੱਚ ਢਾਲਣਾ ਤੇ ਗੁਰੂ ਤੇ ਭਰੋਸਾ ਰੱਖ ਕੇ ਕਾਰਜ ਕਰਨ ਦੇ ਵਿੱਚ, ਤੇ ਆਪਣੀ ਮਤ ਦੇ ਅਨੁਸਾਰ ਜੋੜ ਤੋੜ ਕਰਕੇ ਚੀਜ਼ਾਂ ਨੂੰ ਮੰਨਣ ਦੇ ਵਿੱਚ ਬੜਾ ਅੰਤਰ ਹੋਇਆ ਕਰਦਾ। ਕਿਸੇ ਨੇ ਸ਼ੰਕਾ ਦੂਰ ਕਰਨਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਚਿੱਤ ਜੋੜ ਕੇ ਗੁਰੂ ਕੇ ਨਾਮ ਸਿਮਰਨ ਦੀ ਕਮਾਈ ਕਰਕੇ, ਗੁਰੂ ਕੇ ਬਚਨਾਂ ਨੂੰ ਜੀਵਨ ਵਿੱਚ ਸੱਤ ਕਰਕੇ ਮੰਨ ਕੇ ਵੇਖ ਲਓ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਕਿ ਤੁਹਾਡੀ ਰਸਨਾ ਤੇ ਵੀ ਵਾਹਿਗੁਰੂ ਦੀ ਐਸੀ ਕਿਰਪਾ ਹੋ ਜਾਂਦੀ, ਜਿਹੜਾ ਬਚਨ ਤੁਸੀਂ ਕਹਿੰਦੇ ਹੋ ਸੱਚ ਹੋਣ ਲੱਗ ਪੈਂਦਾ। ਪਰ ਪਹਿਲਾਂ ਉਹਦੇ ਵਾਸਤੇ ਜੀਵਨ ਬਣਾਉਣਾ ਪੈਂਦਾ, ਘਾਲਣੀ ਪੈਂਦੀ ਹੈ। ਇਹ ਨਹੀਂ ਕਿ ਮੇਰੇ ਵਰਗੇ ਨੇ ਉੱਠ ਕੇ ਕਦੇ ਗੁਰਬਾਣੀ ਸੱਚੇ ਪਾਤਸ਼ਾਹ ਜੀ ਦੀ ਪੜ੍ਹੀ ਨਹੀਂ, ਸਿਮਰਨ ਕਦੇ ਕੀਤਾ ਨਹੀਂ, ਤੇ ਮੈਂ ਕਹਿੰਦਾ ਜੀ ਮੈਨੂੰ ਮਠਿਆਈ ਝਾੜ ਕੇ ਵਿਖਾਓ। ਭਾਈ ਜਦੋਂ ਸਾਡਾ ਜੀਵਨ ਹੀ ਐਸਾ ਨਹੀਂ ਤੇ ਜੀਵਨ ਵਿੱਚ ਕਰਾਮਾਤ ਵੀ ਵਰਤ ਨਹੀਂ ਸਕਦੀ। ਇਹ ਭਰੋਸੇ ਦੀ, ਵਿਸ਼ਵਾਸ ਦੀ ਤੇ ਜੀਵਨ ਵਾਲਿਆਂ ਦੀ ਖੇਡ ਹੈ। ਆਮ ਸੰਗਤ ਤੁਹਾਡੇ ਤੇ ਮੇਰੇ ਵੱਸ ਦਾ ਇਹ ਰੋਗ ਨਹੀਂ। ਸੋ ਰੋ ਵਿਚਾਰ, ਮਠਿਆਈਆਂ ਝੜੀਆਂ ਤੇ ਸੰਗਤਾਂ ਵਿੱਚ ਵਰਤਾਈਆਂ ਨੇ। ਅੱਗੇ ਸਮਾਂ ਬਤੀਤ ਹੋਇਆ ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਪਰਖ ਕੀਤੀ, ਧਾਨਕ ਰੂਪ ਧਾਰਨ ਕੀਤਾ। ਭਾਵ ਕਾਲੇ ਵਸਤਰ ਪਹਿਨੇ ਨੇ, ਹੱਥ ਦੇ ਵਿੱਚ ਸੋਟਾ ਪਕੜਿਆ ਹੈ, ਇੱਕ ਗਲ ਦੇ ਵਿੱਚ ਝੋਲਾ ਨੂੰ ਜਿਵੇਂ ਇੱਕ ਬਗਲ ਦੇ ਵਿੱਚ ਮੰਗਣ ਵਾਲਿਆਂ ਵਾਸਤੇ ਜਿਵੇਂ ਝੋਲੀ ਪਾਈ ਹੁੰਦੀ ਹੈ, ਉਹ ਝੋਲੀ ਲਟਕਾ ਲਈ ਹੈ।
ਬਹੁਤ ਸਾਰੇ ਕੁੱਤੇ ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਜਿਹੜੇ ਆ ਉਹ ਭੌਂਕਦੇ ਚੱਲ ਰਹੇ ਆ, ਤੇ ਸਤਿਗੁਰੂ ਜੀ ਨੂੰ ਮੰਨਣ ਵਾਲੇ ਬਹੁਤ ਗੁਰਸਿੱਖ ਜਿਨ੍ਹਾਂ ਵਿੱਚ ਭਾਈ ਲਹਿਣਾ ਜੀ ਵੀ ਹਨ, ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਵੀ ਹਨ, ਉਹ ਮਹਾਰਾਜ ਦੇ ਪਿੱਛੇ ਚੱਲਦੇ ਹਨ, ਜਿਸ ਦਾ ਵੇਰਵਾ ਗੁਰੂ ਕੀ ਗੁਰਬਾਣੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਸ਼ਬਦ ਆਉਂਦਾ ਹੈ, ਧਾਨਕ ਰੂਪ ਧਰਾ ਕਰਤਾਰ। ਸੋ ਰਹੋ ਵਿਚਾਰ ਸਤਿਗੁਰੂ ਮਹਾਰਾਜ ਨੇ ਪਰਖ ਕੀਤੀ ਹੈ, ਚੱਲਦੇ ਜਾ ਰਹੇ ਆ, ਸਾਰੇ ਪਿੱਛੇ ਚਲੇ ਆ ਰਹੇ ਆ, ਤੇ ਮਹਾਰਾਜ ਨੇ ਸਾਰਿਆਂ ਨੂੰ ਤਾੜਨਾ ਕੀਤੀ। ਕਹਿੰਦੇ ਜਾਓ ਭਾਈ, ਪਿਛਾਂਹ ਮੁੜ ਜਾਓ, ਮੇਰੇ ਤੋਂ ਕੀ ਲੈਣ ਆਇਓ, ਮੇਰੇ ਮਗਰ ਕੋਈ ਨਾ ਆਵੇ। ਪਰ ਸੰਗਤਾਂ ਨੇ ਬਚਨ ਨਹੀਂ ਮੰਨਿਆ, ਮਗਰ ਦੀ ਮਗਰ ਚੱਲਦੇ ਜਾਂਦੇ ਆ। ਸਤਿਗੁਰੂ ਮਹਾਰਾਜ ਨੇ ਉਹ ਜੋ ਝੋਲੀ ਗਲ ਵਿੱਚ ਪਾਈ ਹੋਈ ਹੈ ਸੰਗਤ ਜੀ, ਉਹਦੇ ਵਿੱਚੋਂ ਵੱਟੇ ਕੱਢੇ ਨੇ, ਤੇ ਵੱਟੇ ਸੰਗਤਾਂ ਤੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਇੱਕ ਵੇਰਾ ਮੇਰੇ ਕਹਿਣ ਤੇ ਤੁਹਾਨੂੰ ਸਮਝ ਨਹੀਂ ਆਉਂਦੀ, ਕੀ ਲੈਣ ਆ ਰਹੇ ਹੋ ਮੇਰੇ ਮਗਰ, ਮੇਰੇ ਪਿੱਛੇ ਆਉਣ ਦੀ ਜ਼ਰੂਰਤ ਨਹੀਂ, ਪਿਛਾਂਹ ਮੁੜ ਜਾਓ। ਤੇ ਜਦੋਂ ਸੰਗਤਾਂ ਦੇ ਵੱਟੇ ਮਾਰੇ ਆ ਤੇ ਗੁਰੂ ਕੇ ਪਿਆਰਿਓ ਅੱਧੀ ਸੰਗਤ ਤੇ ਉਸੇ ਵਕਤ ਰਾਹ ਵਿੱਚੋਂ ਪਿਛਾਂਹ ਮੁੜ ਪਈ। ਗੁਰੂ ਕੇ ਪੁੱਤਰ ਵੀ ਪਿਛਾਂਹ ਮੁੜ ਪਏ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਝ ਚੁੰਬੜ ਗਿਆ ਹੈ। ਗੁਰੂ ਨਾਨਕ ਮਹਾਰਾਜ ਜੀ ਦੀ ਸੁਰਤੀ ਕਾਇਮ ਨਹੀਂ ਰਹੀ, ਇਸ ਕਰਕੇ ਇਸ ਤਰ੍ਹਾਂ ਸੰਗਤਾਂ ਤੇ ਵੱਟੇ ਮਾਰ ਰਹੇ ਆ। ਭਾਵ ਇਹਨਾਂ ਦਾ ਦਿਮਾਗੀ ਜਿਹੜਾ ਤਵੱਜੁਹ ਹੈ ਉਹ ਠੀਕ ਨਹੀਂ ਹੈ, ਬਜ਼ੁਰਗੀ ਦੀ ਉਮਰ ਹੋ ਗਈ ਹੈ, ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਕਰਦੇ ਨੇ ਜਾਂ ਕੀ ਨਹੀਂ ਕਰਦੇ ਹਨ। ਭਾਵ ਇਹ ਚੀਜ਼ਾਂ ਨੂੰ ਸੋਚਣ ਸਮਝਣ ਤੋਂ ਅਸਮਰੱਥ ਹੋ ਗਏ ਹੈ, ਇਸ ਕਰਕੇ ਲੋਕਾਂ ਦੇ ਵੱਟੇ ਮਾਰ ਰਹੇ ਆ। ਸੋ ਅੱਧੀ ਕਿ ਸੰਗਤ ਤੇ ਇਹਨਾਂ ਵੱਟਿਆਂ ਨੂੰ ਖਾ ਕੇ, ਵੱਟਿਆਂ ਨੂੰ ਦੇਖ ਕੇ ਪਿਛਾਂਹ ਮੁੜ ਗਈ ਹੈ ਕਿ ਗੁਰੂ ਨਾਨਕ ਮਹਾਰਾਜ ਇੱਟਾਂ ਕਿਉਂ ਮਾਰ ਰਹੇ ਆ, ਵੱਟੇ ਕਿਉਂ ਮਾਰ ਰਹੇ ਆ। ਜਿਹੜੇ ਥੋੜੇ ਜਿਹੇ ਬਚੇ ਨੇ, ਸਤਿਗੁਰੂ ਮਹਾਰਾਜ ਥੋੜਾ ਅੱਗੇ ਚੱਲੇ ਨੇ, ਤੇ ਫਿਰ ਪਿਛਾਂਹ ਮੁੜ ਕੇ ਵੇਖਦੇ ਆ ਕਿ ਭਾਈ ਹਜੇ ਵੀ ਕੁਝ ਮਗਰ ਚੱਲੇ ਆ ਰਹੇ ਆ। ਤੇ ਸਤਿਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਜੋ ਆਸਾ, ਜਿਸ ਦਾ ਨਾਮ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਸੋਟਾ, ਉਸ ਸੋਟੇ ਦੇ ਨਾਲ ਸਾਰਿਆਂ ਦੇ ਉੱਪਰ ਸੋਟਾ ਫੇਰਨਾ ਸ਼ੁਰੂ ਕੀਤਾ ਹੈ। ਤੇ ਉਸ ਦੀ ਮਾਰ ਤੋਂ ਡਰਦਿਆਂ ਉਹਨਾਂ ਦੇ ਵਿੱਚੋਂ ਵੀ ਬਹੁਤੇ ਲੋਕ ਪਿਛਾਂਹ ਮੁੜ ਗਏ ਨੇ ਕਿ ਗੁਰੂ ਨਾਨਕ ਮਹਾਰਾਜ ਤੇ ਮਾਰ ਰਹੇ ਆ, ਭਾਵ ਝਿੜਕ ਰਹੇ ਆ, ਸਾਨੂੰ ਕੀ ਲੋੜ ਪਈ ਹੈ ਸੱਟਾਂ ਖਾਣ ਦੀ, ਅਸੀਂ ਕਿਉਂ ਮਗਰ ਜਾਈਏ। ਜੋ ਥੋੜੇ ਕੁ ਬਚ ਗਏ ਆ, ਥੋੜੇ ਕਦਮ ਸਤਿਗੁਰੂ ਮਹਾਰਾਜ ਅੱਗੇ ਚੱਲੇ ਆ, ਤੇ ਚੱਲ ਕੇ ਕੀ ਵੇਖਦੇ ਵੀ ਅਜੇ ਵੀ ਪਿੱਛੇ ਕੁਝ ਤੁਰੇ ਆ ਰਹੇ ਆ। ਤੇ ਸਤਿਗੁਰੂ ਮਹਾਰਾਜ ਨੇ ਆਪਣੇ ਝੋਲੇ ਦੇ ਵਿੱਚੋਂ ਸੋਨੇ ਤੇ ਚਾਂਦੀ ਦੀਆਂ ਮੋਹਰਾਂ ਕੱਢ ਕੇ ਧਰਤੀ ਤੇ ਵਗਾ ਕੇ ਮਾਰੀਆਂ, ਤੇ ਸੰਗਤ ਜੀ ਫਟਾਫਟ ਉਹਨਾਂ ਨੇ ਉਹ ਮੋਹਰਾਂ ਚੁੱਕੀਆਂ, ਆਪਣੀਆਂ ਜੇਬਾਂ 'ਚ ਪਾਈਆਂ, ਤੇ ਘਰਾਂ ਨੂੰ ਵਾਪਸ ਤੁਰੇ। ਤੇ ਅੱਗੇ ਸਤਿਗੁਰੂ ਚੱਲੇ ਜਾ ਰਹੇ ਆ, ਤੇ ਫਿਰ ਥੋੜੀ ਦੂਰ ਜਾ ਕੇ ਕੀ ਵੇਖਦੇ ਆ ਕਿ ਸਾਰੇ ਦੇ ਸਾਰੇ ਮੁੜ ਗਏ ਆ, ਕੇਵਲ ਭਾਈ ਲਹਿਣਾ ਉਹ ਗੁਰੂ ਨਾਨਕ ਮਹਾਰਾਜ ਜੀ ਦੇ ਪਿੱਛੇ ਚੱਲਿਆ ਆ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਰੁਕ ਕੇ ਪੁੱਛਦੇ ਆ, ਕਹਿੰਦੇ ਲਹਿਣਿਆ ਸਾਰੇ ਚਲੇ ਗਏ ਆ, ਤੂੰ ਕਿਉਂ ਨਹੀਂ ਗਿਆ? ਤੇ ਕਹਿੰਦਾ ਮਹਾਰਾਜ ਜਿਨ੍ਹਾਂ ਦੇ ਘਰ ਸੀ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਵੀ ਤੁਸੀਂ ਹੋ, ਮੇਰਾ ਦਰ ਵੀ ਤੁਸੀਂ ਹੋ, ਤੁਹਾਨੂੰ ਛੱਡ ਕੇ ਮੈਂ ਕਿੱਥੇ ਚਲੇ ਜਾਵਾਂ। ਜਿਨ੍ਹਾਂ ਦੇ ਕੋਲ ਮਹਾਰਾਜ ਤੁਹਾਡੇ ਤੋਂ ਬਗੈਰ ਹੋਰ ਕੋਈ ਆਸਰਾ ਸੀ, ਤੇ ਉਹ ਆਪ ਜੀ ਦਾ ਸਾਥ ਛੱਡ ਕੇ ਆਪਣੇ ਉਸ ਆਸਰੇ ਤੇ ਚਲੇ ਗਏ। ਮਹਾਰਾਜ ਮੇਰਾ ਤੇ ਆਸਰਾ ਹੀ ਤੁਸੀਂ ਹੋ, ਮੇਰਾ ਦਰ ਵੀ ਤੁਸੀਂ ਹੋ, ਮੇਰਾ ਘਰ ਵੀ ਤੁਸੀਂ ਹੋ, ਭਾਵੇਂ ਝਿੜਕੋ ਭਾਵੇਂ ਮਾਰੋ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਗੁਰੂ ਨਾਨਕ ਮਹਾਰਾਜ ਨੇ ਕੜਾਵੇ ਵਿੱਚ ਲੈ ਲਿਆ, ਤੇ ਅਨੇਕਾਂ ਵਾਰ ਕੀਤੀਆਂ ਹੋਈਆਂ ਪਰਖਾਂ ਦੇ ਵਿੱਚੋਂ ਭਾਈ ਲਹਿਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ ਸਫਲ ਹੁੰਦਾ ਹੈ। ਸਾਖੀਆਂ ਬਹੁਤ ਨੇ, ਸਮਾਂ ਬਹੁਤ ਲੰਮੇਰਾ ਚਾਹੀਦਾ ਹੈ ਪੂਰਨ ਇਤਿਹਾਸ ਵਾਸਤੇ। ਸੋ ਬਾਰ-ਬਾਰ ਸਤਿਗੁਰੂ ਮਹਾਰਾਜ ਨੇ ਜਦੋਂ ਪਰਖ ਕੀਤੀ ਹੈ, ਤੇ ਭਾਈ ਲਹਿਣਾ ਉਸ ਪਰਖ ਦੇ ਵਿੱਚ ਸੰਗਤ ਜੀ ਖਰੇ ਉਤਰਦੇ। ਸਮਾਂ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੀਆਂ ਪਰਖਾਂ ਦੇ ਵਿੱਚੋਂ ਭਾਈ ਲਹਿਣੇ ਨੂੰ ਪਾਸ ਹੋਇਆ ਜਾਣਿਆ, ਤੇ ਇਸ ਸਮੇਂ ਨੂੰ ਵੀ ਜਾਣ ਲਿਆ ਕਿ ਹੁਣ ਸੰਸਾਰ ਤੋਂ ਸਰੀਰ ਕਰਕੇ ਅਸੀਂ ਚਲੇ ਜਾਣਾ, ਤੇ ਗੁਰੂ ਨਾਨਕ ਦੇ ਅੰਦਰ ਜੋ ਅਕਾਲ ਪੁਰਖ ਦੀ ਉਹ ਜੋਤ ਹੈ, ਉਸ ਜੋਤ ਨੂੰ ਦੂਜੇ ਘਰ ਦੇ ਵਿੱਚ ਵਸਾਉਣ ਦਾ ਸਮਾਂ ਆ ਗਿਆ ਹੈ। ਤੇ ਭਾਈ ਲਹਿਣੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕਾਬਲ ਜਾਣ ਕਰਕੇ ਸੱਚਖੰਡ ਜਾਣ ਤੋਂ 5 ਦਿਨ ਪਹਿਲਾਂ ਕਰਤਾਰਪੁਰ ਦੀ ਧਰਤੀ ਦੇ ਉੱਪਰ ਹੀ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕਰਕੇ ਨਾਰੀਅਲ ਤੇ 5 ਪੈਸੇ ਦੀ ਜੋ ਮਰਿਆਦਾ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੋਂ ਚੱਲੀ ਹੈ, ਪਰਿਕਰਮਾ ਕਰਕੇ ਮੱਥਾ ਟੇਕਿਆ, ਤੇ ਸੰਗਤਾਂ ਨੂੰ ਵੀ ਉਪਦੇਸ਼ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਇਹ ਭਾਈ ਲਹਿਣਾ ਹੋਵੇਗਾ। ਸੋ ਸੰਮਤ 70 ਨਾਨਕ ਸ਼ਾਹੀ ਦੇ ਮੁਤਾਬਕ 1596 ਬਿਕਰਮੀ ਅੱਸੂ ਵਧੀ 5, ਤੇ ਜੇਕਰ ਆਪਾਂ ਗੱਲ ਕਰੀਏ ਵੀ 6 ਅਕਤੂਬਰ ਦਾ ਦਿਨ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ, ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਗੁਰਤਾ ਗੱਦੀ ਦੇ ਵਾਰਿਸ ਭਾਈ ਲਹਿਣਾ ਜੀ ਨੂੰ ਚੁਣਿਆ, ਤੇ ਗੁਰੂ ਨਾਨਕ ਦੀ ਜੋਤ ਨੂੰ ਭਾਈ ਲਹਿਣਾ ਦੇ ਵਿੱਚ ਪ੍ਰਵਿਰਤ ਕਰ ਦਿੱਤਾ। ਸੋ ਜਿਨ੍ਹਾਂ ਨੂੰ ਮੁੱਖ ਰੱਖ ਕਰਕੇ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਆਪਾਂ ਅੱਜ ਦਾ ਇਹ ਪ੍ਰੋਗਰਾਮ ਕਰ ਰਹੇ ਹਾਂ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਅਗੰਮੀ ਜੋਤ
ਗੁਰੂ ਅੰਗਦ ਦੇਵ ਮਹਾਰਾਜ ਵਿੱਚ ਪ੍ਰਵਿਰਤ ਕੀਤੀ ਹੈ ਤੇ 5 ਦਿਨਾਂ ਬਾਅਦ ਸਤਿਗੁਰੂ ਮਹਾਰਾਜ ਸਰੀਰਕ ਚੋਲੇ ਸਮੇਤ ਇਸ ਸੰਸਾਰ ਤੋਂ ਚਲੇ ਜਾਂਦੇ ਹੈ ਤੇ ਦੂਸਰੇ ਪਾਤਸ਼ਾਹ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਜਾਂਦੇ ਹੈ। ਗੁਰਤਾ ਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਨਾਮ ਦੇ ਉਪਦੇਸ਼ ਨੂੰ ਪੂਰੇ ਸੰਸਾਰ ਵਿੱਚ ਫੈਲਾਇਆ ਤੇ ਇੰਨਾ ਹੀ ਨਹੀਂ, ਸਤਿਗੁਰੂ ਮਹਾਰਾਜ ਜੀ ਦੇ ਧਰਮ ਸੁਪਤਨੀ ਮਾਤਾ ਖੀਵੀ ਜੀ, ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਲੰਗਰ ਦੀ ਤੇ ਪੰਗਤ ਦੀ ਮਰਿਆਦਾ ਨੂੰ ਅੱਗੇ ਵਧਾਇਆ, ਜਿਨ੍ਹਾਂ ਦੇ ਪਰਥਾਏ ਬਚਨ ਵੀ ਸਰਵਣ ਕਰਨ ਨੂੰ ਮਿਲਦੇ ਹਨ ਕਿ ਭਾਈ ਮਾਤਾ ਖੀਵੀ ਨੇ, ਜਿਨ੍ਹਾਂ ਨੇ ਲੰਗਰਾਂ ਦੇ ਵਿੱਚ ਬਹੁਤ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸ਼ੀਰਵਾਦ ਦੇ ਦੁਆਰਾ ਜੋ ਉਪਦੇਸ਼ ਨੂੰ ਸੰਗਤਾਂ ਨੂੰ ਦ੍ਰਿੜ ਕਰਵਾਇਆ ਹੈ ਤੇ ਢਾਡੀਆਂ ਨੇ ਮਾਤਾ ਖੀਵੀ ਜੀ ਦੇ ਪਰਥਾਏ ਜਿਹੜਾ ਹੈ ਉਹ ਬਚਨ ਵੀ ਕਾਇਮ ਕੀਤੇ। ਤੇ ਦੂਸਰੇ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ 2 ਪੁੱਤਰ ਤੇ ਇਸੇ ਤਰ੍ਹਾਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ 2 ਪੁੱਤਰੀਆਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਜਿਨ੍ਹਾਂ ਦਾ ਇੱਕ ਆਪਣਾ ਇਤਿਹਾਸ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਹੀ ਹਨ ਜਿਨ੍ਹਾਂ ਨੇ ਭਾਈ ਬਾਲਾ ਜੀ ਨੂੰ ਸੱਦ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੀਵਨ ਸਾਖੀ, ਜਿਨ੍ਹਾਂ ਨੂੰ ਭਾਈ ਬਾਲਾ ਜੀ ਵਾਲੀ ਜੀਵਨ ਸਾਖੀ ਕਹਿ ਕੇ ਆਪਾਂ ਜਾਣਦੇ ਹਾਂ, ਉਹ ਸੰਪੂਰਨ ਇਤਿਹਾਸ ਕਲਮਬੱਧ ਕਰਵਾਇਆ ਤਾਂ ਜੋ ਗੁਰੂ ਨਾਨਕ ਮਹਾਰਾਜ ਜੀ ਦੀਆਂ ਚਾਰੇ ਉਦਾਸੀਆਂ ਸਤਿਗੁਰੂ ਮਹਾਰਾਜ ਦੇ ਪਰਉਪਕਾਰ ਸੰਗਤ ਜੀ ਆਪਾਂ ਜਾਣ ਸਕੀਏ ਤੇ ਸਾਡੀ ਗੁਰਮੁਖੀ ਲਿਪੀ ਤੇ ਜਿਹੜੀ ਅੱਜ ਅਸੀਂ ਪੰਜਾਬੀ ਵੀ ਬੋਲਦੇ ਹਾਂ, ਗੁਰਮੁਖੀ ਲਿਪੀ ਦੇ ਰੂਪ ਦੇ ਵਿੱਚ ਅੱਖਰਾਂ ਦੀ ਦਾਤ 35 ਅੱਖਰ ਜੋ ਸਾਨੂੰ ਬਖਸ਼ਿਸ਼ ਕੀਤੇ, ਉਹ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਿਰਪਾ ਹੈ। ਨਾਲ ਹੀ ਮੱਲ ਅਖਾੜੇ ਚਲਾਉਣੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਐਸੇ ਕੌਤਕ ਕੀਤੇ ਹਨ ਜਿਹੜੇ ਸੰਸਾਰ ਦੇ ਵਿੱਚ ਗਿਣੇ ਨਹੀਂ ਜਾ ਸਕਦੇ ਜਾਂ ਆਪਣੀ ਇਸ ਮਨੁੱਖਾ ਜੀਵ ਦੇ ਦੁਆਰਾ ਆਪਾਂ ਵਿਖਿਆਨ ਨਹੀਂ ਕਰ ਸਕਦੇ। ਐਸੇ ਪਰਉਪਕਾਰਾਂ ਦੇ ਧਾਰਨੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਏ ਹਨ, ਜਿਨ੍ਹਾਂ ਨੇ ਦੂਸਰੇ ਗੁਰੂ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਹੈ। ਗੁਰੂ ਦਾ ਜੀਵਨ ਬਹੁਤ ਵੱਡਾ ਹੈ, ਪਰ ਕੇਵਲ ਮੁੱਖ ਰੂਪ ਦੇ ਵਿੱਚ ਅੱਜ ਆਪਾਂ ਗੁਰਤਾ ਗੱਦੀ ਨੂੰ ਵਿਸ਼ੇਸ਼ ਰੱਖ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਕੇ ਗੁਰੂ ਨਾਨਕ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਣਾਇਆ ਤੇ ਇਤਿਹਾਸਕਾਰ ਲਿਖਦੇ ਹਨ ਕਿ ਐਸਾ ਭਾਈ ਲਹਿਣਾ ਜੋ ਗੁਰੂ ਨਾਨਕ ਦੇ ਅੰਗਾਂ ਨਾਲ ਲੱਗਾ, ਭਾਵ ਗੁਰੂ ਨਾਨਕ ਦਾ ਪੱਲਾ ਫੜਿਆ ਤੇ ਗੁਰੂ ਅੰਗਦ ਹੋ ਗਿਆ, ਗੁਰੂ ਦਾ ਹੀ ਅੰਗ ਬਣ ਗਿਆ, ਗੁਰੂ ਦਾ ਹੀ ਰੂਪ ਬਣ ਗਿਆ। ਸੋ ਐਸੀ ਸੇਵਾ ਤੇ ਸਿਮਰਨ ਦੀ ਕਮਾਈ ਹੈ ਬਚਨ ਨੂੰ ਸੱਤ ਕਰਕੇ ਮੰਨਣਾ ਤੇ ਕਦੇ ਵੀ ਉਹਦੇ ਉੱਪਰ ਸਵਾਲ ਜਾਂ ਜਵਾਬ ਨਹੀਂ ਕਰਨੇ। ਇਹ ਸਿੱਖਿਆ ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਭਾਈ ਪ੍ਰਾਪਤ ਹੁੰਦੀ ਹੈ। ਸੋ ਦਾਸ ਪਾਸੋਂ ਨਿਭਾਈ ਗਈ ਇੰਨੀ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।